ऐलान है, हम उठ जाएंगे। लोकतंत्र की हत्या की बात आप कर रहे हो, इन्होंने बिना किसी बहस के वो मुद्दा पास कर दिया। क्या वो लोकतंत्र की हत्या नहीं थी? कि दूसरे पासे सरकार ये प्रचार कर रही है, गोदी मीडिया प्रचार कर रहा है कि जे किसान परेड ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਇਹ ਲੋਕਤੰਤਰ ਦਾ ਬਹੁਤ ਵੱਡਾ ਨੁਕਸਾਨ ਹੋਊਗਾ। तो पहला बैरियर तोड़ने के बाद सभी युवा साथियों का और सभी बुजुर्गों का एक कट जुड़ गया और हौसला बढ़ता चला गया। ਇਹ ਹੁਣ ਮੋਦੀ ਸਰਕਾਰ ਨੇ ਤੈਅ ਕਰਨਾ ਹੈ ਕਿ ਕਿੰਨੀ ਕੁ ਦੇਰ ਲਾਉਣੀ ਹੈ, ਕਦੋਂ ਬਿੱਲ ਰੱਦ ਕਰਨੇ ਆ। ਜਿੰਨਾ ਉਹ ਲੇਟ ਕਰੀ ਜਾਣਗੇ ਉਨਾ ਹੀ ਉਹਨਾਂ ਲਈ ਇਹ ਮੁਸ਼ਕਲਾਂ ਬਣਦੀਆਂ ਜਾਣਗੀਆਂ। ਜਿਹੜੇ ਆਪਣੇ ਹੱਕ ਦੀ ਗੱਲ ਕਰਦੇ ਨੇ, ਚਾਹੇ ਸਟੂਡੈਂਟ ਹੈਗੇ ਆ, ਕਿਸਾਨ ਹੈਗੇ ਆ, ਚਾਹੇ ਕੋਈ ਸਰਕਾਰੀ ਅਹੁਦੇ ਤੇ ਲੱਗੇ ਅਫਸਰ ਹੈਗੇ ਆ, ਉਹ ਬਣ ਜਾਂਦੇ ਨੇ ਦੇਸ਼ ਦਰੋਹੀ। ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਓਂਕਾਰ ਸਿੰਘ। ਇਸ ਟਾਈਮ ਅਸੀਂ ਜਿਹੜਾ ਕਿ ਅੰਮ੍ਰਿਤਸਰ ਦਿੱਲੀ ਹਾਈਵੇ ਆ ਉਹਦੇ ਉੱਤੇ ਹਾਂ ਔਰ ਸਿੰਘ ਢਾਬਾ ਹੈ ਰਸਤੇ ਦੇ ਵਿੱਚ ਅਸੀਂ ਔਰ ਬੈਠੇ ਹਾਂ। ਔਰ ਜਿਵੇਂ ਕਿ ਸਰਕਾਰਾਂ ਨੂੰ ਆਦਤ ਹੈ ਕਿ ਉਹ ਨੈਸ਼ਨਲ ਮੀਡੀਆ 'ਤੇ ਕੋਈ ਨਾ ਕੋਈ ਇਹੋ ਜਿਹਾ ਡਰਾਮਾ ਪਰੋਸਦੇ ਰਹਿੰਦੇ ਨੇ, ਕਦੇ ਮਨ ਕੀ ਬਾਤ, ਕਦੇ ਚਾਹ ਦੀ ਚਪਾਲ, ਇੱਦਾਂ ਦਾ ਕੁਛ ਹੈ ਨਾ। ਅਤੇ ਲੇਕਿਨ ਅਸੀਂ ਇੱਦਾਂ ਦਾ ਕੁਛ ਨਹੀਂ ਕਰਾਂਗੇ। ਅਸੀਂ ਬਿਲਕੁਲ ਹੀ ਸਿੱਧੀ ਅਤੇ ਸਟੀਕ ਗੱਲ ਜਿਹੜੀ ਹੈਗੀ ਆ, ਅੰਦੋਲਨ ਜੋ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਅੱਜ ਲਗਭਗ 57ਵੇਂ ਦਿਨ ਦੇ ਵਿੱਚ ਅੰਦੋਲਨ ਜਾ ਚੁੱਕਿਆ। ਹੁਣੇ ਸਰਕਾਰ ਦੇ ਨਾਲ ਇੱਕ ਮੀਟਿੰਗ ਸੀਗੀ ਕਿਸਾਨ ਜਥੇਬੰਦੀਆਂ ਦੀ, ਉਹ ਜਿਹੜੀ ਆ ਹੁਣੇ ਸਮਾਪਤ ਹੋਈ ਹੈ ਔਰ ਸਰਕਾਰ ਵੱਲੋਂ ਦਿੱਤਾ ਹੋਇਆ ਜਿਹੜਾ ਪ੍ਰਸਤਾਵ ਹੈ ਉਹ ਕਿਸਾਨਾਂ ਜਥੇਬੰਦੀਆਂ ਵੱਲੋਂ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ। ਅਤੇ ਜਿਹੜੀ ਅਗਲੀ ਮੀਟਿੰਗ ਆ ਉਹ ਆਉਣ ਵਾਲੀ 22 ਤਰੀਕ ਨੂੰ ਜਿਹੜੀ ਆ ਉਹ ਅਗਲੀ ਮੀਟਿੰਗ ਦੀ ਡੇਟਸ ਦੇ ਦਿੱਤੀ ਗਈ ਆ। ਔਰ ਤੁਸੀਂ ਦੇਖ ਰਹੇ ਹੋ ਇੱਥੇ ਅਸੀਂ ਸਾਰੇ ਬੈਠੇ ਹਾਂ। ਸਾਡੇ ਨਾਲ ਹਰਿਆਣੇ ਤੋਂ ਨੌਜਵਾਨ ਕਿਸਾਨ ਬੈਠੇ ਨੇ, ਨੌਜਵਾਨ ਵੀਰ ਬੈਠੇ ਨੇ। ਸਾਡੇ ਨਾਲ ਪੰਜਾਬ ਤੋਂ ਇੱਕ ਪੂਰੀ ਟੀਮ ਜਿਹੜੀ ਆ ਉਹ ਤੁਸੀਂ ਦੇਖ ਰਹੇ ਹੋ ਬੈਠੀ ਹੈ। ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਉਹ ਸਾਰਿਆਂ ਦੇ ਚਿਹਰੇ ਇੱਕ ਵਾਰ ਦਿਖਾਉਣਗੇ। ਅਤੇ ਸਾਡੇ ਨਾਲ ਇਹ ਜਿਹੜੇ ਪੂਰੇ ਇੱਥੇ ਅਸੀਂ ਬੈਠੇ ਹਾਂ ਔਰ ਇੱਕ ਮੈਂ ਕਿ ਆਪਾਂ ਚਾਹ ਦੀ ਚਪਾਲ ਤਾਂ ਨਹੀਂ ਕਹਾਂਗੇ, ਇਸ ਟਾਈਮ ਹੁੱਕੇ ਦੀ ਚਪਾਲ ਜਿਹੜੀ ਆ ਉਹ ਚੱਲ ਰਹੀ ਆ। ਕੋਲ ਜਿਹੜੀ ਆ ਉਹ ਅੱਗ ਮੱਗ ਰਹੀ ਹੈ ਇਸ ਟਾਈਮ ਔਰ ਸੀਤ ਲਹਿਰ ਜਿਹੜੀ ਆ ਉਹਦੇ ਤੋਂ ਆਰਾਮ ਦੇਣ ਵਾਸਤੇ ਜਿਹੜੀ ਅੱਗ ਕੋਲ ਬਾਲੀ ਹੋਈ ਹੈ। ਔਰ ਗੱਲਾਂ ਬਾਤਾਂ ਕਰਦੇ ਹਾਂ ਇੱਥੇ, ਖੁੱਲ੍ਹੀ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਵੇਂ ਸਾਰੇ ਮਹਿਸੂਸ ਕਰ ਰਹੇ ਨੇ ਅੰਦੋਲਨ ਬਾਰੇ, ਆਉਣ ਵਾਲੀ 26 ਤਰੀਕ ਬਾਰੇ ਕਿਵੇਂ ਮਹਿਸੂਸ ਕਰ ਰਹੇ ਨੇ, ਸਰਕਾਰ ਦੀ ਜਿਹੜੀ ਨੀਅਤ ਹੈ ਉਸ ਨੂੰ ਸਾਰੇ ਕਿਵੇਂ ਦੇਖਦੇ ਨੇ। ਔਰ ਬੜਾ ਜ਼ੋਰ ਲੱਗਦਾ ਹੈ ਮੀਡੀਆ ਉੱਤੇ, ਕੁਛ ਵਿਕਾਊ ਮੀਡੀਆ ਜਿਹੜਾ ਉਹਨੇ ਪੂਰਾ ਜ਼ੋਰ ਲਾਇਆ ਹੋਇਆ ਕਿ ਭਾਰਤ ਪੁੱਛਤਾ ਹੈ, ਹਿੰਦੁਸਤਾਨ ਪੁੱਛਤਾ ਹੈ ਕਿ ਕਿਸਾਨ ਲੋਕਤੰਤਰ ਨੂੰ ਬਹੁਤ ਵੱਡੀ ਢਾਹ ਲਾ ਰਹੇ ਨੇ ਅਤੇ ਉਹ ਦਿੱਲੀ ਦੇ ਅੰਦਰ ਟਰੈਕਟਰ ਮਾਰਚ ਕਿਉਂ ਕਰਨਾ ਚਾਹੁੰਦੇ ਨੇ। ਇਹਦੇ ਨਾਲ ਸੰਵਿਧਾਨ ਨੂੰ ਬਹੁਤ ਵੱਡੀ ਕਹਿੰਦੇ ਸੱਟ ਵੱਜਣੀ ਹੈ। ਔਰ ਮੈਂ ਇੱਕ ਕਿਸਾਨ ਦੇ ਜ਼ਰੀਏ ਪੁੱਛਦਾ ਪੂਰੇ ਹਿੰਦੁਸਤਾਨ ਨੂੰ, ਪੂਰੀ ਸਰਕਾਰ ਬੀਜੇਪੀ ਨੂੰ ਕਿ ਕਿਸਾਨ ਪੁੱਛ ਰਿਹਾ ਹੈ ਕਿ 57 ਦਿਨਾਂ ਤੋਂ ਕਿਸਾਨ ਜਿਹੜਾ ਹੈ ਉਹ ਦਿੱਲੀ ਦੇ ਬਾਰਡਰ 'ਤੇ ਬੈਠਾ, ਜਿਹਦੀ ਕੋਈ ਸੁਣਵਾਈ ਨਹੀਂ ਹੋਈ ਅਤੇ 150 ਦੇ ਕਰੀਬ ਜਿਹੜੇ ਕਿਸਾਨ ਉੱਥੇ ਸ਼ਹੀਦ ਹੋ ਚੁੱਕੇ ਨੇ। ਇਹ ਕਿਸਾਨ ਬੀਜੇਪੀ ਸਰਕਾਰ ਨੂੰ ਅਤੇ ਗੋਦੀ ਮੀਡੀਆ ਨੂੰ ਪੁੱਛਦਾ ਹੈ। ਇਸ ਚਪਾਲ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹਾਂ ਔਰ ਜਾਣਨਾ ਚਾਹੁੰਦੇ ਹਾਂ ਕਿ ਇਸ ਅੰਦੋਲਨ ਬਾਰੇ ਜਿਹੜਾ ਕਿ ਇੰਨਾ ਲੰਬਾ ਹੋ ਗਿਆ, ਸਾਰੇ ਜਣੇ ਕੀ ਮਹਿਸੂਸ ਕਰਦੇ ਨੇ, ਸਾਰੇ ਉੱਥੇ ਘੁੰਮ ਕੇ ਆਏ ਨੇ, ਕਿੰਨੀ ਵਾਰ ਜਾ ਕੇ ਆਏ ਨੇ। ਔਰ ਗੱਲ ਕਰਦੇ ਹਾਂ, ਪੁੱਛਦੇ ਹਾਂ ਪਹਿਲਾਂ ਕਿ ਕਿਸ ਜਗ੍ਹਾ ਦੇ ਉੱਤੇ। ਹਾਂ, ਹਰਿਆਣੇ ਤੋਂ ਸਾਡੇ ਨਾਲ ਵੀਰ, ਨੌਜਵਾਨ ਵੀਰ ਸਾਡੇ ਨਾਲ जुड़े हुए हैं। ਕੀ ਨਾਮ है जी ਤੁਹਾਡਾ? मेरा नाम सचिन औजला है जी। और कौन सी जगह पे है? ये जैनपुर गांव पड़ता है, साथ में सावत से आप 1-1.5 किलोमीटर बैठे हैं अभी। ਓਕੇ। ਔਰ ਕਿਵੇਂ ਲੱਗ ਰਿਹਾ ਅੰਦੋਲਨ? ਤੁਸੀਂ ਸ਼ੰਭੂ ਬੈਰੀਅਰ ਤੋਂ ਜਦੋਂ ਨਿਕਲਿਆ ਹੋਣਾ ਅੰਦੋਲਨ ਇਹ, ਤਾਂ ਉਦੋਂ ਵੀ ਦੇਖਿਆ ਹੋਣਾ, ਉਦੋਂ ਕਿਤੇ ਮਨ ਦੇ ਵਿੱਚ ਇੱਕ ਵਾਰੀ ਡਰ ਆਇਆ ਹੋਣਾ ਵੀ ਕਿਤੇ ਇਹ ਉਹਨਾਂ ਅੰਦੋਲਨਾਂ ਵਾਂਗ ਰਾਹੀਂ ਹੋਵੇ ਨਾ, ਵੀ ਕਿਤੇ ਭੰਨ ਤੋੜ ਹੋਵੇ ਸਾਰੇ ਏਰੀਏ ਦੀ, ਜਾਂ ਕੁਛ ਲੋਕ ਇੱਦਾਂ ਦਾ ਹੋਰ ਗਦਰ ਨਾ ਮਚਾ ਦੇਣ, ਕਿ ਇੱਦਾਂ ਦਾ ਕੁਛ ਉਸ 26 ਦਸੰਬਰ ਨੂੰ ਲੈ ਕੇ ਖੌਫ ਸੀਗਾ ਅਤੇ ਉਹ ਫਿਰ ਖੌਫ ਹੌਲੀ ਹੌਲੀ ਕਿੱਦਾਂ ਦੂਰ ਹੋਇਆ? नहीं, जब शुरू से ही आप चले जाए, अम्बाड़ा मंडी से शुरू हुए तो पहला बैरियर तोड़ने के बाद सभी युवा साथियों का और सभी बुजुर्गों का एक कट जुड़ गया और हौसला बढ़ता चला गया। उसके बाद दूसरा बैरिकेड त्योड़ा थे, अपना गांव पड़ता है त्योड़ा त्योड़ी, उसके पास था, वहाँ सभी युवा साथी इकट्ठे हुए और जैसे ही कट बढ़ता चला गया, वो इतना ही कट हो गया तो पुलिस प्रशासन एक ऐसे ही रिजॉर्ट है वहाँ पे बैठे थे, उन्होंने बोल दिया भाई हमारे बस की बात नहीं रही प्रशासन ने ऊपर, तो उसके बाद वो बैरिकेड तोड़े। उसके बाद तोड़ते हुए सीधा हम चले गए दिल्ली की तरफ।
माहौल कैसा था जब बैरिकेड तोड़े गए, और उस टाइम का माहौल कैसा था कि रास्ते में कोई हुल्लड़बाजी जहाँ कुछ ऐसा देखने को माहौल हुल्लड़बाजी नहीं कह सकते, युवाओं के अंदर जोश ज़्यादा था, परंतु गुरनाम सिंह चडूनी जी और राकेश बैंस जी और सारे जितने भी सीनियर लीडर थे, उन्होंने एक बात कही, पहले प्रशासन को टाइम देते हैं हम, उन्होंने टाइम भी दिया, 2-3 घंटे वेट भी की, उसके बाद भी फिर नहीं प्रशासन माना जब उन्होंने बैरिकेड खोलने के लिए, फिर जैसे ही युवाओं को निर्देश दिया गया, बैरिकेड साथ के साथ हटा के साइड में कर दिए गए और बिना किसी चीज़ को नुकसान पहुंचाए, किसी सरकारी संपत्ति को नुकसान पहुंचाए बिना, वहाँ मिलिट्री भी थी, उनकी भी बसेस नीचे से निकलवाई गई, एम्बुलेंस भी निकलवाई गई, और साथ में जो भी पॉसिबल था कि आम जन को कोई परेशानी ना हो। ये आंदोलन सभी का है, किसान का मुद्दा नहीं है, ये मुद्दा किसान के साथ साथ हर उस जीव का है जो अन्न खाता है। ਹਰੇਕ ਵਰਗ ਦਾ ਮੁੱਦਾ ਹੈ, ਔਰ ਹਰੇਕ ਵਰਗ ਦਾ ਮੁੱਦਾ ਹੋਣ ਕਰਕੇ ਜਦੋਂ 26 ਤਰੀਕ ਨੂੰ ਦੱਸਦੇ ਨੇ ਕਿ ਬਿਲਕੁਲ ਉਹ ਇਸ ਦੇ ਨਾਲ ਜੁੜੇ ਹੋਏ ਸੀਗੇ। 26 ਦਸੰਬਰ ਨੂੰ ਜਦੋਂ ਬੈਰੀਗੇਡ ਜਿਹੜੇ ਆ ਸ਼ੰਭੂ ਤੋਂ ਅੱਗੇ ਜਿਹੜੇ ਆ ਜਥੇ ਵਧੇ ਆ, ਤਾਂ ਗੁਰਨਾਮ ਸਿੰਘ ਚੂੰਟੀ ਜੋ ਕਿ ਹਰਿਆਣਾ ਸਟੇਟ ਦੇ ਹਰਿਆਣਾ ਦਾ ਸ਼ੇਰ ਉਹਨਾਂ ਨੂੰ ਕਿਹਾ ਜਾਂਦਾ ਹੈ, ਕਿਸਾਨ ਨੇਤਾ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਬੜੇ ਹੀ ਹੋਸ਼ ਤੋਂ ਕੰਮ ਲੈਂਦੇ ਹੋਏ ਇਹ ਜਿਹੜੇ ਬੈਰੀਗੇਡਸ ਨੂੰ ਹਟਾਇਆ ਤੇ ਅੱਗੇ ਵਧਦੇ ਚਲੇ ਗਏ। ਪੁਲਿਸ ਪ੍ਰਸ਼ਾਸਨ ਦਾ ਉਹਨਾਂ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਜ਼ਰੂਰ ਇਹ ਕਿਹਾ ਗਿਆ ਸੀਗਾ ਵੀ ਇਹਨਾਂ ਨੂੰ ਨਹੀਂ ਜਾਣ ਦੇਣਾ, ਪਰ ਲੇਕਿਨ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਆ ਉਸ ਦੇ ਹੱਥ ਖੜੇ ਹੋ ਗਏ ਤੇ ਉਹਨਾਂ ਦਾ ਵੱਸ ਨਹੀਂ ਚੱਲਿਆ ਕਿ ਇਸ ਜਿਹੜਾ ਅੰਦੋਲਨ ਹੈ ਤੇ ਜਿਹੜੇ ਅੰਦੋਲਨਕਾਰੀ ਆ ਰਹੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਰੋਕਿਆ ਜਾਵੇ। ਅੱਜ 57 ਦਿਨ ਦੇ ਵਿੱਚ ਹੈ ਸਾਡੇ ਕੋਲ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ ਔਰ ਇਹ ਕਿਨਮਾ ਗੇੜਾ ਹੈ ਉੱਥੇ ਲਾ ਕੇ ਆਏ ਨੇ ਤੇ ਮਹਿਸੂਸ ਕੀ ਕਰ ਰਹੇ ਨੇ ਕਿ ਹੁਣ ਜਿਹੜਾ ਅੰਦੋਲਨ ਹੈ ਉਹ ਕਿਸ ਲੈਵਲ ਤੇ ਪਹੁੰਚ ਚੁੱਕਿਆ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ। ਮੇਰਾ ਇਹ ਚੌਥਾ ਗੇੜਾ ਜੀ, ਦੋਨੇ ਬਾਰਡਰਾਂ 'ਤੇ, ਸਿੰਘੂ ਅਤੇ ਟਿੱਕਰੀ ਦੋਨਾਂ ਬਾਰਡਰਾਂ ਦੇ ਉੱਪਰ ਚੌਥਾ ਗੇੜਾ ਗਾ। ਅਤੇ ਮੈਂ ਹਰ ਇੱਕ ਗੇੜੇ ਦੇ ਵਿੱਚ ਇਹ ਮਹਿਸੂਸ ਕੀਤਾ ਕਿ ਕਿਸਾਨਾਂ ਦੇ ਕਾਫਲੇ ਆ ਜਿਹੜੇ ਉਹ ਲਗਾਤਾਰ ਵੱਧ ਰਹੇ ਨੇ, ਅਤੇ ਇਹ ਜਿਹੜੀ ਜਿੱਤ ਹੈ ਕਿਸਾਨ ਅੰਦੋਲਨ ਦੀ ਜਿੱਤ ਪੱਕੀ ਤੈਅ ਹੈ, ਅਤੇ ਜਿੱਤੇ ਬਿਨਾਂ ਕਦੇ ਵੀ ਕਿਸਾਨ ਫੋਰਸਾਂ ਵਾਪਸ ਨਹੀਂ ਮੁੜ ਰਹੀਆਂ। ਇਹ ਹੁਣ ਮੋਦੀ ਸਰਕਾਰ ਨੇ ਤੈਅ ਕਰਨਾ ਹੈ ਕਿ ਕਿੰਨੀ ਕੁ ਦੇਰ ਲਾਉਣੀ ਹੈ, ਕਦੋਂ ਬਿੱਲ ਰੱਦ ਕਰਨੇ ਆ। ਜਿੰਨਾ ਉਹ ਲੇਟ ਕਰੀ ਜਾਣਗੇ ਓਨਾ ਹੀ ਉਹਨਾਂ ਲਈ ਇਹ ਮੁਸ਼ਕਲਾਂ ਬਣਦੀਆਂ ਜਾਣਗੀਆਂ, ਕਿਉਂਕਿ ਜਦੋਂ 2 ਮਹੀਨੇ ਪੰਜਾਬ ਦੇ ਵਿੱਚ ਅੰਦੋਲਨ ਚੱਲਿਆ, ਜੇ ਉਸੇ ਸਮੇਂ MSP ਦੀ ਮੰਗ ਨੂੰ ਸਰਕਾਰ ਮੰਨ ਲੈਂਦੀ ਤਾਂ ਆਹ ਹਾਲਾਤ ਨਹੀਂ ਸੀ ਬਣਦੇ। ਅਤੇ ਹੁਣ ਸਾਰੀਆਂ ਸਟੇਟਾਂ MSP ਦੀ ਮੰਗ ਕਰ ਰਹੀਆਂ ਅਤੇ ਬਿੱਲ ਰੱਦ ਕਰਨ ਵਾਲੀ ਗੱਲ ਵੀ ਹੋ ਰਹੀ ਹੈ, ਅਤੇ ਜਿੰਨਾ ਦੇਰ ਕਰੂਗੀ ਸਰਕਾਰ ਓਨਾ ਹੀ ਉਸ ਦੇ ਗਲੇ ਦੀ ਹੱਡੀ ਬਣਦੀ ਚਲੀ ਜਾਣਾ। ਕਿਵੇਂ ਲੱਗ ਰਿਹਾ 26 ਜਨਵਰੀ ਦੀ ਜਿਹੜੀ ਤਿਆਰੀ ਆ ਹੁਣ ਉਹ ਕਿਸ ਲੈਵਲ ਤੇ ਹੋ ਰਹੀ ਹੈ? ਤੁਸੀਂ ਅੱਜ ਜਾ ਕੇ ਆਏ ਹੋ ਉੱਥੇ, ਕੀ ਹੈ ਤਿਆਰੀ? 26 ਜਨਵਰੀ ਦੀ ਤਿਆਰੀ ਸਰ ਇਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਵੀ ਮਾਰਚਾਂ ਦਾ ਰਿਹਰਸਲ ਚੱਲ ਰਹੀ ਹੈ, ਜਿਸ ਤਰ੍ਹਾਂ ਕਿ 26 ਜਨਵਰੀ ਲਈ ਆਮ ਰਿਹਰਸਲਾਂ ਕੀਤੀਆਂ ਜਾਂਦੀਆਂ ਨੇ ਕਲਚਰ ਪ੍ਰੋਗਰਾਮਾਂ ਦੀਆਂ ਜਾਂ ਮਾਰਚ ਪਰੇਡ, ਉਸ ਦੀਆਂ ਤਰ੍ਹਾਂ ਦੀਆਂ ਟਰੈਕਟਰ ਮਾਰਚ ਦੀਆਂ ਰਿਹਰਸਲਾਂ ਵੀ ਚੱਲ ਰਹੀਆਂ ਨੇ, ਅਤੇ ਇਸ ਤਰ੍ਹਾਂ ਹੀ ਬਾਰਡਰ 'ਤੇ ਵੀ ਮਾਰਚ ਦੀਆਂ ਰਿਹਰਸਲਾਂ ਚੱਲ ਰਹੀਆਂ ਨੇ। ਅਤੇ ਸਰਕਾਰ ਇਸ ਚੱਕਰ ਦੇ ਵਿੱਚ ਹੈ, ਉਹਨਾਂ ਨੇ ਪਟੀਸ਼ਨ ਵੀ ਪਾਈ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ, ਪਰੰਤੂ ਅੱਜ ਸੁਪਰੀਮ ਕੋਰਟ ਨੇ ਉਹਨਾਂ ਨੂੰ ਝਾੜ ਵੀ ਪਾਈ ਹੈ ਪੁਲਿਸ ਪ੍ਰਸ਼ਾਸਨ ਨੂੰ, ਦਿੱਲੀ ਪੁਲਿਸ ਨੂੰ, ਕਿ ਦੂਸਰੇ ਪਾਸੇ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ, ਗੋਦੀ ਮੀਡੀਆ ਪ੍ਰਚਾਰ ਕਰ ਰਿਹਾ ਹੈ ਕਿ ਜੇ ਕਿਸਾਨ ਪਰੇਡ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਇਹ ਲੋਕਤੰਤਰ ਦਾ ਬਹੁਤ ਵੱਡਾ ਨੁਕਸਾਨ ਹੋਊਗਾ। ਮੈਂ ਸਰਕਾਰ ਤੋਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਸਰਕਾਰ ਨੇ ਰਾਜ ਸਭਾ ਦੇ ਵਿੱਚ ਇਹਨਾਂ ਬਿੱਲਾਂ ਨੂੰ ਬਿਨਾਂ ਬਹਿਸ ਕਰਾਏ ਪਾਸ ਕੀਤਾ, ਕੀ ਉਹ ਲੋਕਤੰਤਰ ਦਾ ਹਨਨ ਨਹੀਂ ਸੀ? ਪਿਛਲੇ ਉਹਨਾਂ ਨੇ ਕਹੀ ਆ ਬਹੁਤ ਵੱਡੀ ਗੱਲ, ਉਹਨਾਂ ਨੇ ਕਹੀ ਆ ਕਿ ਨਵਾਂ ਸਵਾਲ ਜਿਹੜਾ ਇੱਥੇ ਪੈਦਾ ਹੁੰਦਾ ਹੈ ਕਿ ਜਦੋਂ ਸਰਕਾਰ ਨੇ ਕੋਵਿਡ ਚੱਲਦੇ ਹੋਏ ਬਿਨਾਂ ਬਹਿਸ ਤੋਂ ਜਿਹੜੇ ਆ ਬਿੱਲ ਪਾਸ ਕਰਾਏ ਸੀ, ਕਿ ਉਸ ਟਾਈਮ ਜਿਹੜਾ ਹੈ ਇਹ ਲੋਕਤੰਤਰ ਨੂੰ ਹਨਨ ਨਹੀਂ ਕੀਤਾ ਗਿਆ ਸੀਗਾ, ਜਾਂ ਜਦੋਂ ਹੋਰ ਅੱਜ ਉੱਥੇ ਇੰਨਾ ਕਿਸਾਨ ਬੈਠੇ ਨੇ ਕਿ ਉਹ ਲੋਕਤੰਤਰ ਦੀ ਹੱਤਿਆ ਨਹੀਂ ਹੋ ਰਹੀ, ਕਿ ਕਿਸੇ ਨੂੰ ਸੁਣਿਆ ਹੀ ਨਹੀਂ ਜਾ ਰਿਹਾ? ਬਹੁਤ ਵੱਡਾ ਸਵਾਲ ਜਿਹੜਾ ਆ ਉਹ ਇਹ ਸਵਾਲ ਦੇ ਜਵਾਬ ਲੈਂਦੇ ਆ ਕਿ ਕਿਵੇਂ ਲੱਗ ਰਿਹਾ ਕਿ ਜਿਹੜਾ ਉਦੋਂ ਬਿੱਲ ਜਿਹੜਾ ਇਹਨਾਂ ਨੇ ਇੱਕਦਮ ਪਾਸ ਕੀਤਾ ਤਾਂ ਕੀ ਇਹ ਉਦੋਂ ਲੋਕਤੰਤਰ ਜਾਂ ਸੰਵਿਧਾਨ ਦੀ ਹੱਤਿਆ ਨਹੀਂ ਕੀਤੀ ਗਈ, ਜੋ ਕਿ ਅੱਜ ਜਿਵੇਂ ਕਿ ਕਿਹਾ ਜਾ ਰਿਹਾ ਕਿ ਜੇ ਦਿੱਲੀ ਵਿਖੇ ਕਿਸਾਨਾਂ ਨੇ ਪਰੇਡ ਕੀਤੀ ਤਾਂ ਲੋਕਤੰत्र ਦੀ बहुत ਵੱਡੀ हत्या हो जाएगी? ये कोई लोकतंत्र की हत्या नहीं है, किसान परेड में शामिल होगा, ये हमारा राइट है। कोई लोकतंत्र की हत्या हम इसमें नहीं कर रहे, हम कोई भी अशांति की व्यवस्था नहीं फैला रहे, हम शांतिप्रिय ढंग से परेड के अंदर शामिल होंगे, सभी साथी उसके अंदर जाएंगे, जैसे हमारी जत्थेबंदियाँ का ऐलान है हम उस जाएंगे। लोकतंत्र की हत्या की बात आप कर रहे हो, इन्होंने बिना किसी बहस के वो मुद्दा पास कर दिया, क्या वो लोकतंत्र की हत्या नहीं थी? एक भी किसान की राय नहीं ली गई,
या जब भी आज मीटिंगें कर रहे हैं ये, आज 9वें दौर की 10वें दौर की वार्ता बार बार फैल हो रही है, ये उसमें बात नहीं करना चाहते हमारे किसान जथेबंदियों से, क्या तब भी ये राय नहीं ले सकते थे? ये हमारे ऊपर थोपने की कोशिश कर रहे हैं, हम इसको थोपने नहीं देंगे। ਔਰ ਕਿਸਾਨ ਇੱਕ ਗੱਲ ਹੋਰ ਪੁੱਛਦਾ ਹੈ ਕਿ ਲੋਕਤੰਤਰ ਦੀ ਹੱਤਿਆ ਅੱਜ ਅਰਬਨ ਗੋਸਵਾਮੀ ਦੀ ਜਿਹੜੀ ਚੈਟ ਜਿਹੜੀ ਆ WhatsApp ਚੈਟ ਲੀਕ ਹੋਈ ਹੈ, ਜਿਹੜੀ ਕਿ ਭਾਰਤ ਦੀ ਸੁਰੱਖਿਆ ਦੇ ਵਿੱਚ ਬਹੁਤ ਵੱਡੀ ਸੇਧ ਲਾਈ ਗਈ ਹੈ ਔਰ ਭਾਰਤ ਦੀ ਜਿਹੜੀ ਅਖੰਡਤਾ ਹੈ ਉਹਦੇ ਵਿੱਚ ਵੀ ਬਹੁਤ ਵੱਡੀ ਸੇਧ ਲਾਈ ਹੈ। ਤਾਂ ਕੀ ਅੱਜ ਸਾਡਾ ਲੋਕਤੰਤਰ ਜਾਂ ਸਾਡਾ ਸੰਵਿਧਾਨ ਇਹ ਨਹੀਂ ਕਹਿੰਦਾ ਕਿ ਅਰਬਨ ਗੋਸਵਾਮੀ ਦੀ ਜਿਹੜੀ ਚੈਟ ਜਿਹੜੀ ਆ ਉਹ ਲੀਕ ਹੋਈ ਹੈ, ਅੱਜ ਉਹ ਬਾਹਰ ਆ ਚੁੱਕੀ ਹੈ? ਤਾਂ ਕੀ ਜਿਹੜੀ BJP ਸਰਕਾਰ ਹੈ ਤੇ ਜਿਹੜਾ ਮੋਦੀ ਮੀਡੀਆ ਹੈ ਉਹ ਇਸ 'ਤੇ ਕਿਉਂ ਅੱਜ ਪੂਰੀ ਤਰ੍ਹਾਂ ਸਾਇਲੈਂਟ ਹੈ? ਉਹ ਅਰਬਨ ਗੋਸਵਾਮੀ ਦੀ ਜਿਹੜੀ ਚੈਟ ਹੈ ਉਹਦੇ ਉੱਤੇ ਹੁਣ ਤੱਕ ਕਿਉਂ ਨਹੀਂ ਕੁਝ ਕਹਿ ਰਿਹਾ? ਅਰਨਬ ਗੋਸਵਾਮੀ ਜਿਹੜਾ ਹੈਗਾ ਜੀ, ਉਹ ਉਹਨਾਂ ਦਾ ਏਜੰਟ ਹੈਗਾ ਜੀ। ਉਹ ਹਰ ਵੇਲੇ ਉਹਨਾਂ ਦੀ ਗੱਲ ਕਰਦਾ ਏ, ਉਹਨਾਂ ਦੇ ਪੱਖ ਦੀ ਗੱਲ ਕਰਦਾ ਹੈ, ਤਾਂ ਕਰਕੇ ਉਹਦੇ 'ਤੇ ਕੋਈ ਐਕਸ਼ਨ ਨਹੀਂ ਲੈਂਦੇ। ਜਿਹੜੇ ਤਾਂ ਇਹਨਾਂ ਦੇ ਹੱਕ ਦੀ ਗੱਲ ਕਰਦੇ ਆ ਉਹ ਤਾਂ ਨੇ ਹੈਗੇ ਦੇਸ਼ ਵਿਰੋਧੀ, ਦੇਸ਼ ਦੇ ਪੱਖ 'ਚ ਨੇ। ਜਿਹੜੇ ਆਪਣੇ ਹੱਕ ਦੀ ਗੱਲ ਕਰਦੇ ਨੇ, ਚਾਹੇ ਸਟੂਡੈਂਟ ਹੈਗੇ ਆ, ਕਿਸਾਨ ਹੈਗੇ ਆ, ਚਾਹੇ ਕੋਈ ਸਰਕਾਰੀ ਅਹੁਦੇ 'ਤੇ ਲੱਗੇ ਅਫਸਰ ਹੈਗੇ ਆ, ਉਹ ਬਣ ਜਾਂਦੇ ਨੇ ਦੇਸ਼ ਦਰੋਹੀ। ਅੱਜ ਜਿਹੜੀ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਹ ਸਰਾਸਰ ਗਲਤ ਹੈਗੀ ਆ। ਕਿਤੇ ਨਾ ਕਿਤੇ ਬਹੁਤ ਵੱਡਾ ਸਵਾਲ ਬਣਦਾ ਸਰਕਾਰ ਤੇ ਗੋਦੀ ਮੀਡੀਆ ਦੇ ਉੱਤੇ ਕਿ ਅਰਨਬ ਗੋਸਵਾਮੀ ਨੂੰ ਲੈ ਕੇ ਕੋਈ ਸਰਕਾਰ ਨੇ ਹਜੇ ਤੱਕ ਬਿਆਨ ਨਹੀਂ ਦਿੱਤਾ ਔਰ ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਕਿਸਾਨ ਹੈ ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਨੇ ਔਰ ਉਹਨਾਂ ਲਈ 150 ਦੇ ਕਰੀਬ ਜਿਹੜੇ ਕਿਸਾਨ ਸ਼ਹੀਦ ਹੋ ਚੁੱਕੇ ਆ। ਲੇਕਿਨ ਉੱਥੇ ਸਾਡੇ ਦੇਸ਼ ਦਾ ਜਿਹੜਾ ਲੋਕਤੰਤਰ ਹੈ ਉਹ ਹਜੇ ਤੱਕ ਉਸ ਨੂੰ ਨਹੀਂ ਮੰਨਿਆ ਜਾ ਰਿਹਾ ਕਿ ਇਹ ਜਿਹੜੇ ਲੋਕ ਉੱਥੇ ਬੈਠੇ ਨੇ ਇਹ ਬੜੇ ਲੋਕਤੰਤਰ ਤਰੀਕੇ ਦੇ ਨਾਲ ਆਪਣਾ ਜਿਹੜਾ ਹੱਕ ਮੰਗਣ ਉੱਥੇ ਗਏ ਨੇ, ਆਪਣੇ ਅਧਿਕਾਰ ਉੱਥੇ ਲੈਣ ਗਏ ਨੇ। ਔਰ ਜਿਹੜਾ ਅੰਦੋਲਨ ਹੈ ਅੱਜ 57ਵੇਂ ਦਿਨ ਵਿੱਚ ਜਾ ਚੁੱਕਿਆ। ਕੀ ਨੀਅਤ ਹੈ ਸਰਕਾਰ ਦੀ? ਉਹ ਇਸ ਨੂੰ ਲੰਮਾ ਕਰਨਾ ਚਾਹੁੰਦੀ ਹੈ। ਸਰਕਾਰ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਅੰਦੋਲਨ ਫਿੱਕਾ ਪੈਣ ਦੀ ਆਸ ਹਜੇ ਵੀ ਲੱਗਦੀ ਹੈ ਸਰਕਾਰ ਨੂੰ, ਜਦੋਂ ਕਿ ਅੰਦੋਲਨ ਬਹੁਤ ਭਖ ਚੁੱਕਿਆ ਹੈ। ਅਸਲ 'ਚ ਜਿਹੜੀ ਪ੍ਰਪੋਜ਼ਲ ਸਰਕਾਰ ਨੇ ਅੱਜ ਦਿੱਤੀ ਹੈ ਕਿ 2 ਸਾਲ ਲਈ ਅਸੀਂ ਇਹਨਾਂ ਬਿੱਲਾਂ ਨੂੰ ਇੰਪਲੀਮੈਂਟ ਨਹੀਂ ਕਰਾਂਗੇ, ਰੋਕ ਦਿੰਦੇ ਹਾਂ, ਸਰਕਾਰ ਲਈ ਅੱਜ ਵੱਡੀ ਸਮੱਸਿਆ ਬਣੀ ਹੋਈ ਹੈ। ਜਿਹੜਾ ਕਿ ਸਾਰੇ ਬਾਰਡਰਾਂ ਦੇ ਉੱਪਰ ਕਿਸਾਨਾਂ ਦਾ ਇਕੱਠ ਹੈ, ਉਹਨਾਂ ਦਾ ਇੱਕੋ ਹੀ ਮਕਸਦ ਹੈ ਵੀ ਕੇਰਾਂ ਇਸ ਇਕੱਠ ਨੂੰ ਖਿੰਡਾ ਦਿੱਤਾ ਜਾਵੇ। ਉਹਨਾਂ ਨੇ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ, ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ, ਪਾਣੀਆਂ ਦੇ ਮੁੱਦੇ 'ਤੇ, ਅਨੇਕਾਂ ਮੁੱਦਿਆਂ 'ਤੇ ਉਹਨਾਂ ਨੇ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ। ਪਰ ਭਾਰਤ ਦੇ ਲੋਕਾਂ ਲਈ ਮੈਂ ਤਾਂ ਕਹੂੰਗਾ ਮੋਦੀ ਇਸ ਪੱਖੋਂ ਸ਼ੁਭ ਸ਼ਗਨ ਰਿਹਾ ਕਿ ਸਾਰੇ ਲੋਕਾਂ ਦਾ ਏਕਾ ਹੋਇਆ, ਹਰਿਆਣਾ ਪੰਜਾਬ ਇੱਕ ਹੋਇਆ, ਛੋਟਾ ਵੱਡਾ ਭਾਈ ਇੱਕ ਹੋਇਆ ਤੇ ਲੋਕਤੰਤਰ ਸਰਕਾਰ ਹੈ। 1927 ਦੇ ਵਿੱਚ ਪਗੜੀ ਸੰਭਾਲ ਜੱਟਾਂ ਅੰਦੋਲਨ ਹੋਇਆ ਸੀਗਾ ਤੇ ਉਦੋਂ ਅੰਗਰੇਜ਼ ਸਰਕਾਰ ਸੀਗੀ ਤੇ 9 ਮਹੀਨੇ ਉਹ ਅੰਦੋਲਨ ਚੱਲਿਆ ਸੀ ਤੇ ਅਖੀਰ ਨੂੰ ਜਿੱਤ ਕਿਸਾਨਾਂ ਦੀ ਹੋਈ ਸੀ। ਤੇ ਹੁਣ ਤਾਂ ਲੋਕਤੰਤਰ ਸਰਕਾਰ ਹੈ ਜਿਹੜੀ ਕਿ ਲੋਕਾਂ ਦੁਆਰਾ ਚੁਣੀ ਹੋਈ, ਲੋਕਾਂ ਲਈ ਕੰਮ ਕਰਨ ਵਾਲੀ ਸਰਕਾਰ ਹੁੰਦੀ ਹੈ। ਪਰ ਮੈਨੂੰ ਇੱਦਾਂ ਲੱਗਦਾ ਗਾ, ਮੈਨੂੰ ਕੀ ਸਮੁੱਚੇ ਭਾਰਤ ਵਾਸੀਆਂ ਨੂੰ ਲੱਗਦਾ ਹੈ ਕਿ ਜਿਹੜੀ BJP ਦੀ ਸਰਕਾਰ ਹੈ ਇਹ ਲੋਕਤੰਤਰ ਦੀਆਂ ਧੱਜੀਆਂ ਖੁਦ ਹੀ ਉਡਾ ਰਹੀ ਹੈ ਤੇ ਲੋਕਾਂ ਨੂੰ ਉਹਦੇ ਲਈ ਜ਼ਿੰਮੇਵਾਰ ਠਹਿਰਾ ਰਹੀ ਹੈ। ਤੀਸਰਾ ਜਿਹੜਾ ਥੰਮ ਹੁੰਦਾ ਆਪਣਾ ਲੋਕਤੰਤਰ ਦਾ ਥੰਮ, ਜਿਸ ਨੂੰ ਮੀਡੀਆ ਕਿਹਾ ਜਾਂਦਾ, ਗੋਦੀ ਮੀਡੀਆ ਜਿਹਨੂੰ ਅੱਜ ਕੱਲ੍ਹ ਸੰਗਿਆ ਦਿੱਤੀ ਜਾ ਰਹੀ ਹੈ, ਉਹਨੇ ਲੋਕਤੰਤਰ ਨੂੰ ਬਿਲਕੁਲ ਹੀ ਤਹਿਸ ਨਹਿਸ ਕਰਕੇ ਰੱਖ ਦਿੱਤਾ ਗਾ ਤੇ ਲੋਕਤੰਤਰ ਦੀ ਹੱਤਿਆ ਇਹ ਕਰ ਰਹੇ ਨੇ। ਤੇ ਇਹਨਾਂ ਦਾ ਮਕਸਦ ਇਹੀ ਹੈ ਵੀ ਇੱਕ ਵਾਰ ਕਿਸਾਨਾਂ ਨੂੰ ਅਸੀਂ ਬਾਰਡਰ ਤੋਂ ਉਠਾ ਕੇ ਘਰਾਂ ਨੂੰ ਭੇਜ ਦਈਏ ਕਿ ਦੁਬਾਰਾ ਐਡਾ ਵੱਡਾ ਅੰਦੋਲਨ ਬਣਨਾ ਬਹੁਤ ਮੁਸ਼ਕਿਲ ਹੈ। ਉਹ ਸਮੇਂ ਤੋਂ ਇਸ ਤਰੀਕੇ ਨਾਲ ਬਚਣਾ ਚਾਹੁੰਦੇ ਆ ਕਿ ਇੱਕ ਵਾਰ ਇਸ ਮਸਲੇ ਤੋਂ ਅਸੀਂ ਜਾਨ ਛੁਡਾ ਲਈਏ। ਹੋਰ ਉਹਨਾਂ ਦਾ ਬਿੱਲਾਂ ਨੂੰ ਵਾਪਸ ਲੈਣ ਦਾ ਜਾਂ ਕਿਸਾਨਾਂ ਨੂੰ ਹਿੱਤ ਕਰਨ ਦਾ ਕੋਈ ਮਕਸਦ ਨਹੀਂ ਹੈਗਾ। ਔਰ ਬਹੁਤ ਵੱਡੇ ਸਵਾਲ ਉੱਠਦੇ ਨੇ ਇੱਥੇ ਕਿ ਜਿਹੜਾ ਭਾਰਤ ਦਾ ਜਿਹੜਾ ਇੱਕ ਲੋਕਤੰਤਰੀ ਢਾਂਚਾ ਹੈ ਉਹ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕਿਆ। ਜਿਹੜਾ ਵੀ ਬੰਦਾ ਕੋਈ ਸਵਾਲ ਕਰਦਾ ਹੈ ਉਹ ਦੇਸ਼ ਦਰੋਹੀ ਹੋ ਜਾਂਦਾ ਹੈ। ਉਸ ਨੂੰ ਅਲੱਗ-ਅਲੱਗ ਜਿਹੜਾ ਕੈਟਾਗਰੀਜ਼ ਵੰਡਿਆ ਜਾਂਦਾ, ਕਿਤੇ ਮਾਓਵਾਦੀ ਕਿਹਾ ਜਾਂਦਾ, ਕਿਤੇ ਖਾਲਿਸਤਾਨੀ ਕਿਹਾ ਜਾਂਦਾ, ਕਿਤੇ ਟੁਕੜੇ ਗੈਂਗ ਕਿਹਾ ਜਾਂਦਾ, ਕਿਤੇ ਚਾਈਨਾ ਅਤੇ ਪਾਕਿਸਤਾਨ ਦੇ ਨਾਲ ਉਹਨਾਂ ਨੂੰ ਰਲਾ ਕੇ ਦੇਖਿਆ ਜਾਂਦਾ ਕਿ ਜਿਹੜਾ ਵੀ ਆਪਣੇ ਹੱਕ ਦੀ ਗੱਲ ਕਰੂਗਾ ਉਹ ਜਿਹੜੀ ਭਾਰਤ ਦੀ ਸਰਕਾਰ ਹੈ ਉਸ ਨੂੰ ਕਿਸੇ ਨਾ ਕਿਸੇ ਖਾਤੇ 'ਚ ਪਾ ਕੇ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਔਰ ਜਿੱਥੋਂ ਤੱਕ ਇਸ ਅੰਦੋਲਨ ਦੇ ਪਿੱਛੇ ਭਾਰਤ ਸਰਕਾਰ ਨੇ ਹੁਣ ਪੂਰੀਆਂ ਏਜੰਸੀਆਂ ਜਿਹੜੀਆਂ ਨੇ ਉਹ ਲਾਈਆਂ ਹੋਈਆਂ ਕਿ ਕਿਸੇ ਨਾ ਕਿਸੇ ਤਰੀਕੇ ਅੰਦੋਲਨ ਨੂੰ ਤੋੜਿਆ ਜਾ ਸਕੇ। NI ਵੱਲੋਂ ਬਹੁਤ ਜ਼ਿਆਦਾ ਕਿਸਾਨ ਆਗੂ ਨੇ ਜਿਨ੍ਹਾਂ ਨੂੰ
ਤੇ ਕਿਸਾਨ ਹਮਾਇਤੀ ਨੇ ਜਿਹੜੇ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨੋਟਿਸ ਭੇਜੇ ਜਾ ਰਹੇ ਨੇ ਤਾਂ ਜੋ ਕਿਤੇ ਨਾ ਕਿਤੇ ਉਹ ਸਰਕਾਰ ਇਸ ਤੋਂ ਅੰਦੋਲਨ ਤੋਂ ਵਾਂਝੇ ਤੇ ਪਿੱਛੇ ਹੋ ਜਾਣ, ਤਾਂ ਜੋ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਢਾਹ ਲੱਗੇ। ਲੇਕਿਨ ਜਿਹੜਾ ਉਸ ਅੰਦੋਲਨ ਦੇ ਵਿੱਚ ਇੱਕ ਜਨੂਨ ਹੈ, ਇੱਕ ਜੋਸ਼ ਹੈ ਉੱਥੇ, ਔਰ ਜਿਹੜਾ ਇੱਕ ਕਿਸਾਨੀ ਦਾ ਇਕੱਠ ਹੈ ਔਰ ਜਿਹੜੀ ਏਕਤਾ ਹੈ, ਅੱਜ ਉਸ ਨੇ ਸਰਕਾਰ ਨੂੰ ਔਰ ਜਿਹੜੀਆਂ ਬਾਕੀ ਦੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸ਼ਸ਼ੂ ਪੰਜ ਦੇ ਵਿੱਚ ਪਾ ਦਿੱਤਾ ਹੈ ਕਿ ਜਿਹੜਾ ਇਹ ਅੰਦੋਲਨ ਹੈ ਇਹ ਆਉਣ ਵਾਲੇ ਸਮੇਂ 'ਚ ਜਦੋਂ ਅੰਦੋਲਨ ਖਤਮ ਹੁੰਦਾ ਹੈ ਤੇ ਇੱਕ ਨਵੀਂ ਪਿਰਤ ਪਾ ਕੇ ਉੱਥੋਂ ਉੱਠੇਗਾ ਅਤੇ ਨੌਜਵਾਨਾਂ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਜੋਸ਼ ਹੈ ਉਹ ਭਰ ਕੇ ਇਹ ਅੰਦੋਲਨ ਜਿਹੜਾ ਉੱਥੋਂ ਸਮਾਪਤ ਹੋਵੇਗਾ। ਇੱਕ ਹੁੱਕਾ, ਇੱਕ ਟਰੈਕਟਰ ਤੇ ਇੱਕ ਟਰਾਲੀ ਇਹ ਸੰਬੋਲਿਕ ਨੇ ਇਸ ਅੰਦੋਲਨ ਦੇ। ਜਦੋਂ ਵੀ ਤੁਸੀਂ ਸਿੱਗੂ ਬਾਰਡਰ ਜਾਂ ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਤੇ ਜਾਓਗੇ ਤਾਂ ਹਰੇਕ ਟਰੈਕਟਰ ਟਰਾਲੀ ਦੇ ਉੱਤੇ ਤੁਸੀਂ ਹੁੱਕਾ ਜਿਹੜਾ ਉਹ ਦੇਖ ਸਕਦੇ ਹੋ, ਔਰ ਟਰੈਕਟਰ ਤੇ ਟਰਾਲੀ ਇਹ ਰੀੜ੍ਹ ਦੀ ਹੱਡੀ ਹੈ ਸਾਡਾ ਉੱਥੇ ਟਰੈਕਟਰ ਟਰਾਲੀ। ਔਰ ਸਰਕਾਰ ਦਾ ਮੀਡੀਆ ਤਾਂ ਇਸ ਤਰ੍ਹਾਂ ਲੈ ਰਿਹਾ, ਉਹ ਟਰੈਕਟਰ ਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਜਿਵੇਂ ਟਰੈਕਟਰ ਨਾ ਹੋ ਗਿਆ ਟੈਂਕ ਹੋ ਗਿਆ, ਜਿਵੇਂ ਟਰੈਕਟਰ ਨਾ ਹੋ ਗਿਆ ਬੋਰਸਪੁਰ ਤੋਪ ਹੋ ਗਈ। ਉਹਨਾਂ ਨੂੰ ਐਂ ਲੱਗੀ ਜਾਂਦਾ ਵੀ 26 ਤਰੀਕ ਨੂੰ ਟਰੈਕਟਰ ਨਹੀਂ, ਕਿਸਾਨ ਪਤਾ ਨਹੀਂ ਕਿਹੜੇ ਟੈਂਕ ਜਿਹੜੇ ਅਮਰੂਦ ਨਾਲ ਭਰ ਕੇ ਦਿੱਲੀ 'ਚ ਲਿਆ ਰਹੇ ਨੇ। ਇਸ ਤਰ੍ਹਾਂ ਉਹ ਜਿਹੜਾ ਪ੍ਰੈਜ਼ੀਡੈਂਟ ਕਰ ਰਿਹਾ, ਔਰ ਨਾਲ ਇਹ ਕਹਿ ਰਿਹਾ ਵੀ ਜੇ ਕਿਸਾਨ ਪਰੇਡ ਕਰਦੇ ਨੇ ਤਾਂ ਪੂਰੇ ਇੰਟਰਨੈਸ਼ਨਲ ਲੈਵਲ 'ਤੇ ਭਾਰਤੀ ਬਦਨਾਮੀ ਹੋਊ। ਉਹਨਾਂ ਨੂੰ ਪੁੱਛਿਆ ਜਾਵੇ ਉਸ ਮੀਡੀਆ ਨੂੰ ਤੇ ਇਸ ਸਰਕਾਰ ਨੂੰ, 57 ਦਿਨ ਹੋ ਗਏ ਕਿਸਾਨ ਉੱਥੇ ਬੈਠਾ ਹੈ, ਇਹ ਇਦੋਂ ਵੱਡੀ ਬਦਨਾਮੀ ਕਿਹੜੀ ਹੈ? 150 ਕਿਸਾਨ ਸ਼ਹੀਦ ਹੋ ਚੁੱਕੇ ਆ, ਇਹ ਬਦਨਾਮੀ ਨਹੀਂ ਹੈ? ਇਹ ਕੀ ਇਹ ਸਟਾਰ ਲੱਗ ਰਹੇ ਨੇ ਕਿਸਾਨ ਸਰਕਾਰ ਨੂੰ ਕਿ ਜਿੰਨਾ ਲੰਮਾ ਸਰਕਾਰ ਉੱਥੇ ਕਿਸਾਨ ਬੈਠਾ ਰਹੂਗਾ ਸਰਕਾਰ ਦੇ ਸਟਾਰ ਵੱਧਦੇ ਲੈਣਗੇ? ਤੇ 26 ਜਨਵਰੀ ਦੀ ਪਰੇਡ ਜਿਹੜੀ ਹੈ ਉਹਨੂੰ ਇਹ ਕਹਿ ਰਹੇ ਨੇ ਕਿ ਜੇ ਕਿਸਾਨ ਅੰਦਰ ਆਉਂਦਾ ਹੈ ਤੇ ਬਹੁਤ ਵੱਡੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਆ ਉਹ ਭਾਰਤ ਦੀ ਬਦਨਾਮੀ ਹੋਊਗੀ। ਮਤਲਬ ਕਿ ਸਰ ਜ਼ਿੰਮੇਵਾਰ ਵੀ ਸਰਕਾਰ ਔਰ ਹਾਂ ਨਾ ਮੌਕਾ ਦੇਵੇ, ਸਰਕਾਰ ਬਿੱਲਾਂ ਨੂੰ ਵਾਪਸ ਲੈ ਲੇ ਤੇ ਕਿਸਾਨ ਉਸੇ ਦਿਨ ਵਾਪਸ ਚਲੇ ਜਾਣਗੇ। ਤੇ ਕਿਸਾਨ ਹੀ ਮਤਲਬ ਸਰਕਾਰ ਹੀ ਇਹ ਮੌਕਾ ਦੇ ਰਹੀ ਹੈ। ਸਰਕਾਰ ਬਿੱਲਾਂ ਨੂੰ ਵਾਪਸ ਲੈ ਲੇ, ਕਿਸਾਨਾਂ ਨੂੰ ਕੋਈ ਚਾਲ ਨਹੀਂ। ਅੱਗੇ 70 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਨੂੰ, ਉਦੋਂ ਕਦੋਂ ਕਦੇ ਕਿਸਾਨ ਟਰੈਕਟਰ ਲੈ ਕੇ ਇੱਥੇ ਆਏ ਨੇ? ਕਿਸਾਨਾਂ ਦਾ ਮਕਸਦ ਲੋਕਤੰਤਰ ਨੂੰ ਜਿਉਂਦਾ ਰੱਖਣ ਲਈ ਹੀ ਉਸ ਦੇ ਵਿੱਚ ਸ਼ਮੂਲੀਅਤ ਕਰਨਾ ਹੈਗਾ। ਜਿੱਥੋਂ ਦਾ ਗਣਤੰਤਰ ਦਿਵਸ ਮਨਾਉਣ ਦੀ ਗੱਲ, ਉਹ ਵੀ ਗਣਤੰਤਰ ਵੀ ਗਣਨਾ, ਉਹ ਕੋਈ ਸੰਵਿਧਾਨਿਕ ਉਹਦੇ 'ਚ ਨਹੀਂ ਹੈ ਕਿ ਤੁਸੀਂ ਗਣਤੰਤਰ ਦਿਵਸ ਮਨਾਉਣਾ ਹੀ ਹੈ। ਉਹ ਵੀ ਇੱਕ ਗਣਤੰਤਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਦੇ ਤੰਤਰ 'ਚ ਹੀ ਉਹ ਗਣਤੰਤਰ ਦਿਵਸ ਮਨਾਇਆ ਜਾਂਦਾ। ਤੇ ਜੇ ਲੋਕ ਹੀ ਖੁਸ਼ ਨਹੀਂ ਤਾਂ ਫਿਰ ਕਾਹਦਾ ਗਣਤੰਤਰ ਦਿਵਸ? ਸੋ ਇਸੇ ਤਰ੍ਹਾਂ ਹੀ ਏਕਮ ਟੀਵੀ ਦੇ ਨਾਲ ਬਣੇ ਰਹੋ। ਬਹੁਤ ਬਹੁਤ ਪਿਆਰ। ਭਾਈ ਧੰਨਵਾਦੀ ਹਾਂ ਤੁਹਾਡੇ ਚੈਨਲਾਂ ਦੇ, YouTube ਚੈਨਲ ਜਿਹੜੇ ਨਾਲ ਖੜੇ ਨੇ, ਸਾਡੇ ਕਿਸਾਨਾਂ ਦੇ ਨਾਲ ਖੜੇ ਨੇ। ਇਹਦਾ ਜੇ ਇੰਟਰਨੈਸ਼ਨਲ ਮੀਡੀਆ ਦੇ ਹੱਥੀ ਚੜ੍ਹਦੇ ਹੁੰਦੇ ਹੁਣ ਤੱਕ ਤਾਂ ਕਦੋਂ ਦੇ ਬਦਨਾਮ ਕਰਕੇ ਅਸੀਂ ਪਤਾ ਨਹੀਂ ਕੀ ਐਲੀਗੇਸ਼ਨ ਲਾ ਦਿੰਦੇ ਹੁੰਦੇ। ਜੀ ਹਾਂ ਜੀ ਸਰ, ਜਿਵੇਂ ਕਿ ਤੁਸੀਂ ਦੱਸੇ ਰਹੇ ਹੋ, ਲੋਕਤੰਤਰ ਦਾ ਘਾਣ ਜਿਹੜਾ ਮੋਦੀ ਸਰਕਾਰ ਕਰ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਔਰ ਮੈਂ ਵੀ ਇਹ ਦੱਸਣਾ ਚਾਹੂੰਗਾ, ਜ਼ਰੂਰ ਬੋਲਣਾ ਚਾਹੂੰਗਾ ਇਸ ਥਾਂ 'ਤੇ ਕਿ 57 ਦਿਨ ਹੋ ਗਏ ਪੰਜਾਬ ਦੇ ਕਿਸਾਨ ਠੰਡ ਵਿੱਚ ਸੜਕਾਂ 'ਤੇ ਮਰ ਰਹੇ ਨੇਗੇ, ਸ਼ਹੀਦ ਹੋ ਰਹੇ ਨੇ। ਪਰ ਉਹ ਮੋਦੀ ਇੱਕ ਪਾਸੇ ਜਿਹਦੇ ਜਾਕਟਾਂ ਹੀ 10-10 ਲੱਖ ਰੁਪਏ ਦੀਆਂ ਪਾਈਆਂ ਹੋਈਆਂ ਨੇ, ਜੇ ਦੇਸ਼ ਦਾ ਅੰਨਦਾਤਾ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰ ਰਿਹਾ ਹੈ ਉਹਦਾ ਭੁੱਖਾ ਮਰ ਰਿਹਾ ਹੈ, ਤੇ ਇੱਕ ਪਾਸੇ ਮੋਦੀ ਹੈ ਜਿਹੜਾ ਚਾਹ ਦੇ ਕੱਪ ਵੇਚ ਕੇ 10-10 ਲੱਖ ਰੁਪਏ ਦੇ ਸੂਟ ਪਾ ਰਿਹਾ ਹੈ। ਤੇ ਕਿੱਥੋਂ ਦਾ ਲੋਕਤੰਤਰ ਹੈ ਇਹ? ਸੋ ਮੈਂ ਮੇਰੇ ਯਾਦ ਆਉਂਦਾ ਸਤਿੰਦਰ ਸਰਤਾਜ ਦੀਆਂ ਗੱਲਾਂ ਕਹੀਆਂ ਹੋਈਆਂ, ਗਾਣਾ ਇੱਕ ਉਹਦਾ, 4 ਹੀ ਤਰੀਕਿਆਂ ਨਾਲ ਬੰਦਾ ਕੰਮ ਕਰੇ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਤਾਂ ਜਿਹੜਾ ਮੋਦੀ ਹੈ ਮੈਨੂੰ ਲੱਗਦਾ ਵੀ ਇਹਨੂੰ ਸ਼ੌਂਕ ਤੇ ਪਿਆਰ ਤਾਂ ਇਕੱਲਾ ਆਯਾਸ਼ੀ ਕਰਨ ਦਾ ਹੀ ਹੈ। ਲਾਲਚ ਨੂੰ ਇਸਨੇ ਕਾਨੂੰਨ ਬਣਾਏ ਨੇ, ਪਰ ਕਿਸਾਨ ਡੰਡੇ ਨਾਲ ਰੱਦ ਜ਼ਰੂਰ ਕਰਵਾ ਦੇਣਗੇ। बोले सो निहाल, किसान मजदूर एकता, हरियाणा पंजाब भाईचारा, किसान एकता। ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਇਸ ਸਵਾਲ 'ਚੋਂ ਹੋਰ ਵੀ ਬਹੁਤ ਜ਼ਿਆਦਾ ਸਵਾਲ ਉੱਠੇ ਨੇ ਜਿਨ੍ਹਾਂ ਦੇ ਜਿਹੜੇ ਆ ਉੱਤਰ ਨੇ ਆਉਣ ਵਾਲੇ ਦਿਨਾਂ 'ਚ ਜ਼ਰੂਰ ਲਵਾਂਗੇ। ਸੋ ਇਸੇ ਤਰ੍ਹਾਂ ਹੀ ਏਕਮ ਟੀਵੀ ਦੇ ਨਾਲ ਬਣੇ ਰਹੋ। ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।